ਪਿਆਰੇ ਵਿਦਿਆਰਥੀਓ ਤੇ ਸਤਿਕਾਰਯੋਗ ਦੋਸਤੋ, ਅੱਜ ਅਸੀਂ BA ਫਾਈਨਲ ਕਲਾਸ ਦੇ ਵਿੱਚ ਜਿਹੜੀ ਸਿਲੇਬਸ ਦੀ ਕਿਤਾਬ ਲੱਗੀ ਹੈ ਲੋਕਧਾਰਾ ਦੀ ਭੂਮਿਕਾ, ਉਸ ਵਿੱਚ ਇੱਕ ਸ਼ਾਮਲ ਡਾਕਟਰ ਕਰਨਜੀਤ ਸਿੰਘ ਦਾ ਨਿਬੰਧ ਪੰਜਾਬੀ ਲੋਕਾਂ ਦੀਆਂ ਰਹੁ ਰੀਤਾਂ, ਵਿਸ਼ਵਾਸ ਅਤੇ ਭਰਮ ਦੇ ਬਾਰੇ ਗੱਲ ਕਰਾਂਗੇ। ਇਸ ਨਿਬੰਧ ਦੇ ਵਿੱਚ ਲੇਖਕ ਨੇ ਸਮੇਂ ਅਨੁਸਾਰ, ਸੀਮਾ ਅਨੁਸਾਰ ਸਿਲੇਬਸ ਨੂੰ ਧਿਆਨ 'ਚ ਰੱਖਦਿਆਂ ਵੀ ਇਹ ਗੱਲ ਹੈ ਕਿ ਜਿਹੜੇ ਵਿਸ਼ਵਾਸਾਂ ਦੀ ਜਾਂ ਰਹੁ ਰੀਤਾਂ ਜਾਂ ਭਰਮਾਂ ਦੀ ਗੱਲ ਕੀਤੀ ਹੈ ਉਹ ਸੰਖੇਪ ਵਿੱਚ ਕੀਤੀ ਹੈ। ਜਿਵੇਂ ਜਨਮ ਨਾਲ ਸੰਬੰਧਿਤ ਜਿਹੜੀਆਂ ਰਹੁ ਰੀਤਾਂ ਨੇ, ਵਿਸ਼ਵਾਸ ਨੇ ਜਿਹੜੇ, ਉਹਨਾਂ ਦੀ ਸੰਖੇਪ ਵਿੱਚ ਚਰਚਾ ਕੀਤੀ ਹੈ। ਮੌਤ ਨਾਲ ਸੰਬੰਧਿਤ ਜਿਹੜੇ ਵਹਿਮ ਭਰਮ ਨੇ, ਲੋਕ ਵਿਸ਼ਵਾਸ ਨੇ ਜਾਂ ਰਹੁ ਰੀਤਾਂ ਨੇ, ਉਹਨਾਂ ਦੀ ਜਿਹੜੀ ਸੰਖੇਪ ਵਿੱਚ ਚਰਚਾ ਕੀਤੀ ਹੈ। ਇਵੇਂ ਹੀ ਜਿਹੜੇ ਰਹੁ ਰੀਤਾਂ ਤੇ ਲੋਕ ਵਿਸ਼ਵਾਸਾਂ ਦੇ ਬਾਰੇ ਜੋ ਨਿਖੇੜਾ ਕੀਤਾ ਹੈ ਲੇਖਕ ਨੇ, ਉਹ ਵੀ ਸੰਖੇਪ ਦੇ ਵਿੱਚ ਕੀਤਾ ਹੋਇਆ ਹੈ। ਸੋ ਇਸ ਵਿੱਚ ਜੋ ਗੱਲਬਾਤ ਨਿਬੰਧ ਵਿੱਚ ਪੇਸ਼ ਹੋਈ ਹੈ, ਅਸੀਂ ਉਸ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਗੱਲ ਕਰਾਂਗੇ। ਤਾਂ ਇਸ ਲਿਖ ਦੇ ਆਰੰਭ ਦੇ ਵਿੱਚ ਹੀ ਲੇਖਕ ਨੇ ਰੀਤਾਂ ਨੂੰ ਪਰੰਪਰਾਗਤ ਨੇਮਾਂ ਉੱਪਰ ਆਧਾਰਿਤ ਇੱਕ ਵਿਸ਼ੇਸ਼ ਪ੍ਰਕਾਰ ਦਾ ਲੋਕ ਵਿਹਾਰ ਆਖਿਆ ਹੈ। ਸੋ ਜਿਹੜੀਆਂ ਰੀਤਾਂ ਨੇ ਜਾਂ ਸਾਡੇ ਜਿਹੜੇ ਰਹੁ ਰੀਤਾਂ ਕਹਿ ਲੈਂਦੇ ਆ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਰਿਟਸ ਵੀ ਕਹਿ ਦਿੰਦੇ ਆ, ਔਰ ਇਹਨਾਂ ਦਾ ਸੰਬੰਧ ਸਾਡੀ ਪਰੰਪਰਾ ਨਾਲ ਹੈ, ਸਾਡੇ ਵਿਰਸੇ ਨਾਲ ਹੈ। ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਸਾਡੇ ਕੋਲ ਪਹੁੰਚਦੀਆਂ ਰਹਿੰਦੀਆਂ ਨੇ। ਇਸੇ ਤਰ੍ਹਾਂ ਲੇਖਕ ਨੇ ਲੋਕ ਵਿਹਾਰ ਜਿਹੜਾ ਹੈ ਉਸ ਨੂੰ ਕਿਸੇ ਵਿਸ਼ੇਸ਼ ਜਾਤੀ, ਭਾਈਚਾਰੇ ਦੇ ਆਪਸੀ ਸੰਬੰਧਾਂ, ਭਾਵ ਰਹਿਣ ਸਹਿਣ ਨਾਲ ਜੋੜਿਆ ਹੈ। ਉਹ ਲੋਕ ਵਿਹਾਰ ਹੈ, ਲੋਕਾਂ ਦਾ ਆਪਸ ਵਿੱਚ ਰਹਿਣ ਸਹਿਣ ਹੈ, ਇੱਕ ਦੂਜੇ ਨਾਲ ਮਿਲਵਰਤਨ ਹੈ, ਰਿਸ਼ਤੇ ਨਾਤੇ ਨੇ। ਉਸ ਦੇ ਵਿੱਚ ਹੀ ਇਹ ਰਹੁ ਰੀਤਾਂ ਜਿਹੜੀਆਂ ਨੇ, ਉਹ ਸੰਸਕਾਰ ਨੇ ਜਾਂ ਵਿਸ਼ਵਾਸ ਨੇ ਜਾਂ ਵਹਿਮ ਭਰਮ ਨੇ, ਉਹ ਮਿਲਦੇ ਨੇ। ਸੋ ਜਿਹੜੇ ਰਹੁ ਰੀਤਾਂ, ਵਿਸ਼ਵਾਸ ਤੇ ਵਹਿਮ ਭਰਮ ਨੇ, ਇੱਕ ਸਮਾਜਿਕ ਸੰਰਚਨਾ, ਇੱਕ ਸਮਾਜਿਕ ਢਾਂਚੇ ਦੀ ਹੀ ਦੇਣ ਹਨ। ਇਹ ਸਮਾਜ ਤੋਂ ਬਾਹਰੇ ਇਹਨਾਂ ਦੀ ਕੋਈ ਹੋਂਦ ਨਹੀਂ ਹੈ। ਇਸੇ ਤਰ੍ਹਾਂ ਲੇਖਕ ਨੇ ਰਹੁ ਰੀਤਾਂ ਨੂੰ ਇੱਕ ਪਾਵਨ, ਪਵਿੱਤਰ ਜਿਹੜੀ ਹੋਂਦ ਵਾਲੀ ਆ ਵੀ ਆਖਿਆ ਹੈ ਕਿ ਇਹਨਾਂ ਦਾ ਸੰਬੰਧ ਹੈ ਜਿਹੜਾ ਉਹ ਦੁਨਿਆਵੀ ਸੰਸਾਰ ਵਿੱਚ ਬੰਦੇ ਨੂੰ ਵਿਚਰਨ ਲਈ ਇੱਕ ਤਰ੍ਹਾਂ ਦਾ ਪੁਲ ਦਾ ਕੰਮ ਕਰਦੀਆਂ ਨੇ ਕਿ ਜਦੋਂ ਬੰਦਾ ਇੱਥੇ ਵਿਚਰਦਾ ਹੈ ਤਾਂ ਦੁਨੀਆ ਦੇ ਵਿੱਚ ਇੱਕ ਦੂਜੇ ਨਾਲ ਬੜੇ ਸੁਚੱਜੇ ਢੰਗ ਨਾਲ ਵਿਚਰ ਸਕੇ, ਇੱਕ ਦੂਜੇ ਨਾਲ ਆਪਸੀ ਸਾਂਝ ਜਿਹੜੀ ਮਨੁੱਖਾਂ ਦੀ ਉਹ ਬਣੀ ਰਹਿ ਸਕੇ। ਤਾਂ ਉਹਨੂੰ ਇੱਕ ਨੈਤਿਕ ਤੌਰ ਤੇ ਇੱਕ ਪਾਵਨ ਤੇ ਪਵਿੱਤਰ ਰਹਿਣ ਦਾ ਸੰਦੇਸ਼ ਵੀ ਰਹੁ ਰੀਤਾਂ ਜਿਹੜੀਆਂ ਬੰਦੇ ਨੂੰ ਦਿੰਦੀਆਂ ਨੇ। ਅੱਗੇ ਜਿਹੜਾ ਲੇਖਕ ਨੇ ਰਹੁ ਰੀਤਾਂ ਦੇ ਸੁਭਾਅ ਬਾਰੇ ਦੱਸਿਆ ਹੈ ਤੇ ਉਸ ਲਈ ਉਹਨੇ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ, ਜਿਹੜੇ ਲੋਕਧਾਰਾ ਸ਼ਾਸਤਰੀ ਨੇ, ਵੱਡੇ ਥੰਮ ਹੋਏ ਨੇ ਸਾਡੇ ਲੋਕਧਾਰਾ ਦੇ, ਉਹਨਾਂ ਅਨੁਸਾਰ ਗੱਲ ਕੀਤੀ ਹੈ ਕਿ ਡਾਕਟਰ ਵਣਜਾਰਾ ਬੇਦੀ ਕੀ ਕਹਿੰਦੇ ਨੇ ਰਹੁ ਰੀਤਾਂ ਬਾਰੇ, ਕਿ ਰਹੁ ਰੀਤਾਂ ਤੇ ਸੰਸਕਾਰਾਂ ਵਿੱਚ ਸੁਭਾਅ ਪੱਖੋਂ ਸਮਾਨਤਾ ਹੈ, ਪਰ ਭਾਵਨਾ ਪੱਖੋਂ ਇਹਨਾਂ ਵਿੱਚ ਅੰਤਰ ਹੈ। ਤਾਂ ਭਾਵੇਂ ਇਹਨਾਂ ਦੇ ਸੁਭਾਅ ਜਿਹੜਾ ਹੈ, ਨੇਚਰ ਹੈ ਜਿਹੜਾ, ਇਹ ਇੱਕੋ ਜਿਹਾ ਲੱਗਦਾ ਹੈ ਸਾਨੂੰ, ਸਮਾਨਤਾ ਲੱਗਦੀ ਹੈ ਰਹੁ ਰੀਤਾਂ ਤੇ ਸੰਸਕਾਰਾਂ ਵਿੱਚ, ਪਰ ਇਹਨਾਂ ਵਿੱਚ ਕੁਝ ਅੰਤਰ ਵੀ ਭਾਵਨਾ ਦੇ ਪੱਖ ਤੋਂ ਹੈਗਾ। ਵਣਜਾਰਾ ਬੇਦੀ ਨੇ ਰਹੁ ਰੀਤਾਂ ਨੂੰ ਅਨੁਸ਼ਠਾਨ, ਜਿਹਨਾਂ ਨੂੰ ਅਸੀਂ ਪੂਜਾ ਵਿਧੀਆਂ ਵੀ ਕਹਿੰਦੇ ਆ, ਉਹਨਾਂ ਦਾ ਹੀ ਦੂਜਾ ਰੂਪ ਮੰਨਿਆ ਹੈ, ਜਿਨ੍ਹਾਂ ਵਿੱਚ ਲੌਕਿਕ ਤੇ ਧਾਰਮਿਕ ਭਾਵਨਾ ਦੀ ਸਾਂਝ ਹੁੰਦੀ ਹੈ। ਉਸਨੇ ਸੰਸਕਾਰਾਂ ਨੂੰ ਧਰਮ ਨਾਲ ਅਤੇ ਰਹੁ ਰੀਤਾਂ ਨੂੰ ਟੂਣਾ ਚਿੰਤਨ ਨਾਲ ਜੋੜਿਆ ਹੈ। ਸੰਸਕਾਰ ਜਿਹੜੇ ਧਰਮ ਚਿੰਤਨ ਨਾਲ ਜੁੜੇ ਹੋਏ ਨੇ, ਔਰ ਜਿਹੜੀਆਂ ਰਹੁ ਰੀਤਾਂ ਨੇ ਉਹ ਟੂਣਾ ਚਿੰਤਨ ਨਾਲ ਜੁੜੀਆਂ ਹੋਈਆਂ ਨੇ, ਜਾਦੂ ਚਿੰਤਨ ਨਾਲ ਜੁੜੀਆਂ ਹੋਈਆਂ ਦੱਸੀਆਂ ਗਈਆਂ ਨੇ। ਇਸ ਤੋਂ ਬਾਅਦ ਲੇਖਕ ਨੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਸਾਡੇ ਸਮਾਜ ਦੇ ਵਿੱਚ ਮਿਲਦੇ ਸੰਸਕਾਰ, ਰੀਤਾਂ, ਰਸਮਾਂ ਦੇ ਬਾਰੇ ਗੱਲ ਕੀਤੀ ਹੈ। ਸਭ ਤੋਂ ਪਹਿਲਾਂ ਉਹਨੇ ਜਨਮ ਸੰਬੰਧੀ ਰੀਤਾਂ ਦਾ ਵਰਣਨ ਕੀਤਾ ਹੈ। ਉਹ ਦੱਸਦਾ ਹੈ ਕਿ ਮੁੰਡੇ ਤੇ ਕੁੜੀ ਦੇ ਜਨਮ ਸੰਬੰਧੀ ਰਹੁ ਰੀਤਾਂ ਜਿਹੜੀਆਂ ਨੇ ਉਹ ਵੱਖ-ਵੱਖ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੇ ਮੁੰਡਾ ਘਰ ਵਿੱਚ ਪੈਦਾ ਹੁੰਦਾ ਹੈ ਤਾਂ ਸਾਰੇ ਬੜੀ ਖੁਸ਼ੀ ਮਨਾਉਂਦੇ ਨੇ, ਗੁੜ ਵੰਡਿਆ ਜਾਂਦਾ ਹੈ, ਮਠਿਆਈਆਂ ਵੰਡੀਆਂ ਜਾਂਦੀਆਂ ਨੇ, ਭੰਗੜੇ ਪਾਏ ਜਾਂਦੇ ਨੇ, ਲੋਕੀ ਘਰ ਦੇ ਨੱਚਦੇ ਨੇ। ਤੇ ਕੁੜੀ ਜੇ ਪੈਦਾ ਹੋ ਜਾਵੇ ਤਾਂ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ, ਤਾਂ ਇਹ ਸਮਝਿਆ ਜਾਂਦਾ ਕਿ ਸਾਡੇ ਘਰ ਵਿੱਚ ਪੱਥਰ ਜੰਮ ਪਿਆ, ਇਹ ਕਿੱਥੋਂ ਆ ਗਈ, ਕੁਲੱਖਣੀ ਹੈ। ਤਾਂ ਨੈਸ਼, ਮਾੜਾ ਜਿਹੜਾ ਦਰਜਾ ਸਮਾਜ ਦੇ ਵਿੱਚ
ਕੁੜੀਆਂ ਨੂੰ ਦਿੱਤਾ ਗਿਆ। ਇਹ ਗਲਤ ਹੈ, ਇਹ ਤੁਹਾਨੂੰ ਪਤਾ ਹੈ ਕਿ ਸਾਡੇ ਜਗੀਰੂ ਸਮਾਜ ਦੀ ਹੀ ਇਹ ਦੇਣ ਹੈ, ਜੋ ਸੋਚਦੇ ਆ ਕਿ ਮੁੰਡਾ ਹੋਏਗਾ ਤਾਂ ਘਰ ਦੇ ਵਿੱਚ ਜਿਹੜੀ ਵੰਸ਼ ਅੱਗੇ ਤੁਰੇਗੀ। ਇਹ ਸਾਡੀ ਜਗੀਰੂ ਸੋਚ ਦੀ ਦੇਣ ਹੈ। ਇਹ ਜਿਹੜਾ ਰਹੁ ਰੀਤਾਂ ਨੇ ਜਿਹੜੀਆਂ ਮੁੰਡੇ ਦੇ ਜਨਮ ਸਮੇਂ ਹੀ ਨਹੀਂ, ਇਹ ਜਦੋਂ ਵਿਆਹ ਕੇ ਲਿਆਂਦੀ ਕੁੜੀ ਦੇ ਗਰਭ ਸਮੇਂ ਤੋਂ ਹੀ ਜਿਹੜਾ ਉਹ ਸੋਚ ਇੱਕ ਬਣਨੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਘਰਦਿਆਂ ਦੇ ਵਿੱਚ, ਮਾਂ-ਬਾਪ ਦੇ ਵਿੱਚ, ਕਿ ਜਿਹੜਾ ਖਾਸ ਤੌਰ ਤੇ ਦਾਦੇ ਦਾਦੀ ਜਾਂ ਹੋਰ ਜਿਹੜੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ, ਕਿ ਸਾਡੇ ਘਰ ਜਿਹੜਾ ਆਉਣ ਵਾਲਾ ਬੱਚਾ ਹੈ ਉਹ ਮੁੰਡਾ ਹੋਵੇ, ਤੇ ਉਹ ਸਾਡਾ ਜਿਹੜਾ ਵਿਰਸੇ ਦਾ, ਸਾਡੇ ਜਿਹੜੇ ਵਿਰਾਸਤ ਦਾ ਜਾਂ ਸਾਡੀ ਸੰਪत्ति ਦਾ ਜਿਹੜਾ ਵਾਰਸ ਉਹੀ ਹੋਏਗਾ। ਸੋ ਇਹ ਜਗੀਰੂ ਸੋਚ ਦੀ ਜਿਹੜੀ ਉਹ ਦੇਣ ਰਹੁ ਰੀਤਾਂ ਜਿਹੜੀਆਂ ਜਨਮ ਬਾਰੇ ਉਹ ਮੰਨੀਆਂ ਗਈਆਂ ਨੇ। ਇਸ ਤੋਂ ਬਾਅਦ ਜਿਹੜੀ ਲੇਖਕ ਨੇ ਵਿਆਹ ਸੰਬੰਧੀ ਰੀਤਾਂ ਦਾ ਵਰਣਨ ਕੀਤਾ ਹੈ। ਜਨਮ ਸੰਬੰਧੀ ਬੜੇ ਸੰਖੇਪ ਵਿੱਚ ਇਹੀ ਗੱਲ ਕੀਤੀ, ਇਸ ਤੋਂ ਜ਼ਿਆਦਾ ਗੱਲ ਉਹਨੇ ਨਹੀਂ ਕੀਤੀ। ਉਸੇ ਸੰਖੇਪ ਦਾਇਰੇ ਦੇ ਵਿੱਚ ਅਸੀਂ ਰਹਿ ਕੇ ਹੀ ਗੱਲ ਕਰ ਰਹੇ ਇਸੇ ਕਰਕੇ। ਬਾਕੀ ਜਨਮ ਸੰਬੰਧੀ ਬਹੁਤ ਸਾਰੀਆਂ ਰੀਤਾਂ ਜਿਹੜੀਆਂ ਉਹਦੀ ਗੱਲ ਕੀਤੀ ਜਾ ਸਕਦੀ ਹੈ। ਤਾਂ ਲੇਖਕ ਨੇ ਵਿਆਹ ਦੀਆਂ ਰੀਤਾਂ ਸੰਬੰਧੀ ਜੋ ਗੱਲ ਦੱਸੀ ਹੈ ਕਿ ਸਭ ਤੋਂ ਪਹਿਲਾਂ ਵਿਆਹ ਦੀ ਲੋੜ ਲਈ ਉਹਨੇ ਗੱਲ ਦੱਸੀ ਹੈ ਕਿ ਵਿਆਹ ਦੀ ਲੋੜ ਕਿਉਂ ਹੈ। ਵਿਆਹ ਦੀ ਲੋੜ ਇਸ ਵਾਸਤੇ ਹੈ ਕਿ ਜਿਹੜੀ ਵੰਸ਼ ਪਰੰਪਰਾ ਹੈ ਉਹ ਕਿਸੇ ਵੀ ਸਮੁਦਾਇ, ਕਿਸੇ ਬਰਾਦਰੀ ਦੇ, ਕਿਸੇ ਵੀ ਕਬੀਲੇ ਦੇ, ਪਰਿਵਾਰ ਦੇ ਲੋਕਾਂ ਦੀ, ਜਾਤੀ ਦੇ ਲੋਕਾਂ ਦੀ ਅੱਗੇ ਵੰਸ਼ ਜਿਹੜੀ ਵਧਣ ਦੀ ਲੋੜ ਵਜੋਂ ਉਹ ਵਿਆਹ ਦੀ ਲੋੜ ਮੰਨੀ ਗਈ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਵਿਆਹ ਦੀ ਇੱਕ ਪਹਿਲੀ ਜਿਹੜੀ ਰਸਮ ਹੈ, ਰੀਤ ਹੈ, ਉਹ ਕਿਹੜੀ ਹੈ ਕਿ ਜਿਹੜੇ ਲੜਕੀ ਤੇ ਲੜਕੇ ਦੀ ਭਾਲ ਕਰਨੀ ਹੁੰਦੀ ਹੈ। ਤਾਂ ਪੁਰਾਣੇ ਸਮੇਂ ਦੇ ਵਿੱਚ ਮਾਪਿਆਂ ਦੀ ਥਾਵੇਂ ਨਾਈ ਜਾਂ ਬ੍ਰਾਹਮਣ ਨੂੰ ਇਹ ਕੰਮ ਦਿੱਤਾ ਜਾਂਦਾ ਸੀ ਕਿ ਉਹ ਆਪੇ ਹੀ ਕੁੜੀ ਜਾਂ ਮੁੰਡੇ ਲਈ ਦੋਨਾਂ ਦੇ ਆਪਸ ਵਿੱਚ ਜਾਤ, ਗੋਤ, ਇਲਾਕਾ, ਉਮਰ ਆਦਿ ਜਿਹੜਾ ਜੋੜ ਹੈ, ਮੇਲ ਹੈ, ਸੰਯੋਗ ਹੈ, ਉਹ ਦੇਖਦੇ ਹੋਏ ਉਹ ਰਿਸ਼ਤਾ ਤੈਅ ਕਰ ਦਿੰਦੇ ਸੀ। ਉਸ ਤੋਂ ਬਾਅਦ ਮਾਪੇ ਜਿਹੜੇ ਆ ਉਹ ਰਿਸ਼ਤੇ ਨੂੰ ਪੱਕਾ ਕਰ ਲੈਂਦੇ ਸੀਗੇ। ਅੱਜ ਦੇ ਸਮੇਂ ਵਿੱਚ ਇਹ ਫਰਕ ਆਇਆ ਕਿ ਕੁੜੀ ਤੇ ਮੁੰਡਾ ਆਪਸ ਵਿੱਚ ਮਿਲ ਵੀ ਸਕਦੇ ਆ। ਰਿਸ਼ਤਾ ਜਦੋਂ ਇੱਕ ਦੂਜੇ ਨੂੰ ਦਿਖਾਇਆ ਜਾਂਦਾ ਹੈ, ਪੁਰਾਣੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਮੁੰਡੇ ਤੇ ਕੁੜੀ ਨੂੰ ਆਪਸ ਵਿੱਚ ਦੇਖਣ ਦਿਖਾਉਣ ਵਾਲੀ ਰਸਮ ਬਿਲਕੁਲ ਨਹੀਂ ਹੁੰਦੀ ਸੀ। ਔਰ ਇੱਥੋਂ ਤੱਕ ਕਿ ਅੱਜ ਮੁੰਡਾ ਜਾਂ ਕੁੜੀ ਆਪਸ ਵਿੱਚ ਹੀ ਇੱਕ ਦੂਜੇ ਨੂੰ ਪਾਲ ਕੇ ਵਿਆਹ ਵੀ ਕਰ ਲੈਂਦੇ ਨੇ। ਔਰ ਕੋਰਟ ਮੈਰਿਜ ਤੱਕ ਦਾ ਜਿਹੜਾ ਨਵਾਂ ਇੱਕ ਸਿਸਟਮ ਹੈ ਉਹ ਵੀ ਸਾਡੇ ਸਮਾਜ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਰਸਮ ਹੈ ਜਿਹੜੀ ਉਹ ਵੀ ਬਣ ਚੁੱਕੀ ਹੈ। ਸੋ ਰਿਸ਼ਤਾ ਜਦੋਂ ਪੱਕਾ ਹੋ ਜਾਂਦਾ ਉਸ ਤੋਂ ਬਾਅਦ ਜਿਹੜੀਆਂ 7 ਸੁਹਾਗਣਾ ਦੀ ਰੀਤ ਹੈ ਜਿਹੜੀ ਉਹ ਘਰ ਦੇ ਵਿੱਚ ਬੜੀ ਅਹਿਮ ਮੰਨੀ ਗਈ ਹੈ। ਉਹ ਸਤਨਾਜੇ ਨੂੰ 7 ਤਰ੍ਹਾਂ ਦੇ ਜਿਹੜੇ 7 ਸੁਹਾਗਣਾ ਨੇ ਉਹ ਅਲੱਗ-ਅਲੱਗ ਤਰ੍ਹਾਂ ਦੇ ਅਨਾਜ ਨੂੰ, ਜਿਵੇਂ ਮੈਦਾ ਹੈ ਉਹਨੂੰ ਪੀਣਾ, ਆਟੇ ਨੂੰ ਪੀਣਾ, ਜਾਂ ਦਾਲ ਦਲਣੀ, ਜਾਂ ਵੜੀਆਂ ਟੁੱਕਣਾ, ਹੋਰ ਨਿੱਕਾ ਮੋਟਾ ਜਿਹੜਾ ਕੰਮ ਹੈ ਘਰ ਦੇ ਵਿੱਚ ਇਸ ਤਰ੍ਹਾਂ ਦਾ ਉਹ ਕੰਮ ਕਰਵਾਉਂਦੀਆਂ ਹਨ। ਇਹ ਸ਼ੁਭ ਮੰਨਿਆ ਜਾਂਦਾ ਹੈ ਕਿ 7 ਸੁਹਾਗਣਾ ਜਿਹੜੀਆਂ ਨੇ ਉਹਨਾਂ ਨੇ ਅਨਾਜ ਆਪ ਹੱਥੀਂ ਤਿਆਰ ਕੀਤਾ ਹੋਇਆ ਹੈ। ਇਸ ਤਰ੍ਹਾਂ ਲੋਕ ਗੀਤ ਵੀ ਨੇ ਜਿਹੜੇ ਕਿ ਸੰਬੰਧਿਤ ਨੇ ਇਸ 7 ਸੁਹਾਗਣਾ ਦੇ ਕਾਰਜ ਨਿਭਾਉਣ ਬਾਰੇ ਵਿਆਹ ਦੇ ਸਮੇਂ। ਉਸ ਤੋਂ ਬਾਅਦ ਸਾਰਾ ਜਿਹੜਾ ਵਿਆਹ ਹੋ ਜਾਂਦਾ ਹੈ, ਸਾਰੀਆਂ ਰਸਮਾਂ ਹੋ ਜਾਂਦੀਆਂ ਵਿੱਚ, ਤਾਂ ਲੇਖਕ ਨੇ ਅੱਗੇ ਜਿਹੜੀ ਗੱਲ ਕੀਤੀ ਉਹ ਇਹ ਕੰਨਿਆ ਨੂੰ ਵਿਦਾ ਕਰਨ ਦੀ ਜਿਹੜੀ ਦਰਦ ਭਰੀ ਤੇ ਜਿਹੜੀ ਗਮਗੀਨ ਮਾਹੌਲ ਜਿਹੜੀ ਉਦੋਂ ਹੁੰਦਾ ਹੈ। ਇੱਕ ਖੁਸ਼ੀ ਵੀ ਹੁੰਦੀ ਹੈ ਕਿ ਡੋਲੀ ਤੋਰਨ ਵੇਲੇ ਕੁੜੀ ਦੇ ਮਾਪੇ, ਕੁੜੀ ਦੇ ਸਾਕ ਸੰਬੰਧੀ ਖੁਸ਼ੀ ਦੇ ਵਿੱਚ ਵੀ ਸ਼ਾਇਦ ਰੋਂਦੇ ਨੇ, ਔਰ ਇੱਕ ਗਮੀ ਵੀ ਹੁੰਦੀ ਹੈ ਕਿ ਕੁੜੀ ਸਾਡੀ ਜਿਹੜੀ ਹੈ ਉਹ ਪੇਕਾ ਘਰ ਛੱਡ ਕੇ ਸਹੁਰੇ ਘਰ ਜਾ ਰਹੀ ਹੈ। ਸੋ ਡੋਲੀ ਤੁਰਨ ਵੇਲੇ ਇੱਕ ਆਮ ਹੀ ਜਿਹੜਾ ਪ੍ਰਸਿੱਧ ਲੋਕ ਗੀਤ ਹੈ, ਤੁਹਾਨੂੰ ਪਤਾ ਹੋਏਗਾ ਕਿ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲੇ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ ਪਤਾ ਨਹੀਂ ਕਿਹੜੇ ਦੇਸ਼ ਜਾਣਾ। ਉਹ ਜਿਹੜਾ ਲੋਕ ਗੀਤ ਆ ਉਹ ਆਮ ਤੌਰ ਤੇ ਹੀ ਗਾਇਆ ਜਾਂਦਾ ਹੈ। ਜਦੋਂ ਬਰਾਤ ਜਿਹੜੀ ਹੈ ਮੁੰਡੇ ਵਾਲੇ ਉਹ ਲੈ ਕੇ ਕੁੜੀ ਨੂੰ ਵਿਆਹ ਕੇ ਘਰ ਪਰਤਦੇ ਹਨ ਤਾਂ ਦਹਲੀਜ਼ ਦੇ ਉੱਪਰ ਹੀ ਜਿਹੜੀ ਕੁੜੀ ਦੀ ਸੱਸ ਹੈ ਉਹ ਜੋੜੀ ਉੱਪਰੋਂ ਪਾਣੀ ਵਾਰ ਕੇ ਪੀਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸੇ ਤਰ੍ਹਾਂ ਜਿਹੜੀ ਸੱਸ ਪਾਣੀ ਵਾਰ ਕੇ ਪੀਵੇਗੀ ਤਾਂ ਜਿਹੜੇ ਜੋੜੀ ਦੇ ਦੁੱਖ ਨੇ ਉਹ ਖੁਦ ਆਪਣੇ ਤੇ ਲੈ ਲਵੇਗੀ, ਉਹਨੂੰ ਪੀ ਲਿਆ ਜਾਵੇਗਾ, ਉਹਨਾਂ ਦੇ ਦੁੱਖ ਦੂਰ ਹੋ ਜਾਣਗੇ ਤੇ ਇਹ ਜੋੜੀ ਜਿਹੜੀ ਹੈ ਸਦਾ ਖੁਸ਼ੀ-ਖੁਸ਼ੀ ਜਿਹੜੀ ਵਸਦੀ ਰਵੇ। ਸੋ ਪਾਣੀ ਦਾ ਜਿਹੜਾ ਇੱਕ ਸੰਕਲਪ ਹੈ, ਕਿਉਂਕਿ ਪਾਣੀ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਕਿ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਵਿਗਿਆਨੀ ਵੀ ਕਹਿੰਦੇ ਆ ਕਿ ਪਾਣੀ ਦੀ ਖਾਸ ਮਹੱਤਤਾ ਹੈ, ਪਾਣੀ ਤੋਂ ਸਾਰੇ ਜੀਵ ਪੈਦਾ ਹੋਏ ਨੇ। ਸੋ ਇਸ ਤਰ੍ਹਾਂ ਪਾਣੀ ਹੈ ਜਿਹੜਾ ਉਹ ਖੁਸ਼ਹਾਲੀ ਦਾ ਪ੍ਰਤੀਕ ਹੈ, ਖੁਸ਼ੀ ਦਾ ਪ੍ਰਤੀਕ ਹੈ ਘਰ ਦੇ ਵਿੱਚ। ਇਸ ਕਰਕੇ ਇੱਕ ਲੋਕ ਗੀਤ ਵੀ ਨਾਲ ਉਚਾਰਿਆ ਜਾਂਦਾ ਹੈ ਉਸ ਸਮੇਂ ਕਿ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਬੰਨੀ
ਬਾਹਰ ਖੜੇ। ਸੋ ਇਸ ਤੋਂ ਬਾਅਦ ਲੇਖਕ ਨੇ ਬਾਕੀ ਰਸਮਾਂ ਦੀ ਗੱਲ ਨਹੀਂ ਕੀਤੀ, ਅੱਗੇ ਜਾ ਕੇ ਉਹਨੇ ਮੌਤ ਦੀਆਂ ਰਸਮਾਂ ਜਿਹੜੀਆਂ ਨੇ, ਮੌਤ ਦੀਆਂ ਰੀਤਾਂ ਜਿਹੜੀਆਂ ਨੇ ਉਹਦੀ ਗੱਲ ਕੀਤੀ ਹੈ। ਤੁਹਾਨੂੰ ਪਤਾ ਹੈ ਕਿ ਸਾਰਾ ਸੰਸਾਰ ਹੈ ਇਹ ਨਾਸ਼ਵਾਨ ਹੈ, ਇੱਥੇ ਜੋ ਵੀ ਕੋਈ ਪੈਦਾ ਹੋਇਆ ਜੀਵ ਉਹਨੇ ਖਤਮ ਹੋਣਾ ਹੀ ਹੈ, ਨਾਸ਼ ਉਹਦਾ ਲਾਜ਼ਮ ਹੈ, ਮੌਤ ਅਟਲ ਹੈ। ਸੋ ਇਸ ਤਰ੍ਹਾਂ ਜਿਹੜੀਆਂ ਬੱਚਿਆਂ ਸੰਬੰਧੀ ਜਾਂ ਮਰਦਾਂ ਜਾਂ ਔਰਤਾਂ ਸੰਬੰਧੀ ਜਿਹੜੀਆਂ ਰੀਤਾਂ ਨੇ ਮੌਤ ਉਪਰੰਤ ਉਹ ਅਲੱਗ-ਅਲੱਗ ਨੇ। ਅੰਤਲੇ ਸਾਹਾਂ ਤੇ ਜਦੋਂ ਪ੍ਰਾਣੀ ਆ ਜਾਂਦਾ ਹੈ, ਜੇ ਪਤਾ ਲੱਗ ਜੇ ਤੇ ਅੰਤਲੇ ਸਾਹ ਆਏ ਹਨ ਤਾਂ ਉਸ ਨੂੰ ਜ਼ਮੀਨ ਦੇ ਉੱਪਰ ਪੁੰਜੇ ਲਿਟਾ ਦਿੱਤਾ ਜਾਂਦਾ ਹੈ। ਤੇ ਇਹ ਇੱਕ ਵਹਿਮ ਕੀਤਾ ਜਾਂਦਾ ਹੈ, ਲੋਕਾਂ ਦੇ ਮਨ 'ਚ ਵਹਿਮ ਹੈ ਕਿ ਮੰਜੀ ਤੇ ਜੇਕਰ ਉਹ ਪ੍ਰਾਣ ਤਿਆਗੇਗਾ ਪ੍ਰਾਣੀ ਤਾਂ ਉਹ ਭੂਤ ਪ੍ਰੇਤ ਦੀ ਜੂਨ ਪੈ ਸਕਦਾ ਹੈ। ਬਿਲਕੁਲ ਵਹਿਮ ਹੈ। ਅਸਲ ਵਿੱਚ ਤਰਕਗਤ ਗੱਲ ਇਹ ਹੈ ਇਸ ਪਿੱਛੇ ਕਿ ਜਿਹੜਾ ਸਿੱਧਾ ਲੇਟਿਆ ਹੋਇਆ, ਜਿਵੇਂ ਕਿ ਜ਼ਮੀਨ ਤੇ ਲੇਟੇ ਹੋਏ ਪ੍ਰਾਣੀ ਦੇ ਜਿਹੜੇ ਆਖਰੀ ਸਾਹ ਨੇ ਉਹ ਆਸਾਨੀ ਨਾਲ ਸਰੀਰ ਦੇ ਵਿੱਚੋਂ ਨਿਕਲ ਸਕਦੇ ਹੁੰਦੇ ਨੇ। ਸੋ ਇਹ ਜਿਹੜਾ ਪ੍ਰਾਣੀ ਦੇ ਸਰਾਣੇ ਤੇ ਦੀਵਾ ਵੀ ਬਾਲ ਲਿਆ ਜਾਂਦਾ ਹੈ ਕਿ ਦੀਵਾ ਬਾਲਣ ਦਾ ਕਾਰਨ ਇਹ ਹੈ ਕਿ ਜਿਹੜਾ ਲੋਕਾਂ ਦੇ ਵਿੱਚ ਇਹ ਵੀ ਇੱਕ ਵਹਿਮ ਹੈ ਕਿ ਜਿਹੜੀ ਆਤਮਾ ਜਦੋਂ ਸਰੀਰ ਦੇ ਵਿੱਚੋਂ ਨਿਕਲੇਗੀ, ਇਹ ਜਿੰਦ ਇਹ ਜਾਨ ਜਦੋਂ ਸਰੀਰ ਦੇ ਵਿੱਚੋਂ ਨਿਕਲੇਗੀ ਤਾਂ ਉਹ ਜਦੋਂ ਉੱਪਰ ਸਵਰਗ ਦੀ ਜਾਂ ਨਰਕ ਦੇ ਵੱਲ ਯਾਤਰਾ ਕਰਕੇ ਜਾਏਗੀ, ਉਹ ਰੂਹ ਜਿਹੜੀ ਹੈ ਉਸ ਨੂੰ ਰੋਸ਼ਨੀ ਮਿਲੇਗੀ, ਉਸ ਨੂੰ ਚਾਨਣ ਮਿਲੇਗਾ, ਉਹ ਮੰਨਿਆ ਜਾਂਦਾ ਹੈ। ਪਰ ਇਸ ਪਿੱਛੇ ਵੀ ਤਰਕ ਇਹ ਹੈ ਕਿ ਜਿਹੜਾ ਰੋਸ਼ਨੀ ਹੈ, ਇਹ ਚਾਨਣ ਹੈ ਜਿਹੜਾ, ਇਹ ਸਾਡੇ ਸੰਸਾਰ ਦੇ ਵਿੱਚ ਅੱਗੇ ਤੁਰਨ ਦਾ ਪ੍ਰਤੀਕ ਹੈ। ਇੱਕ ਪੂਜਾ ਆਸਥਾ ਅਗਨੀ ਦੀ ਪੂਜਾ ਨਾਲ ਜਿਵੇਂ ਅਸੀਂ ਜੋੜਦੇ ਹਾਂ ਤਾਂ ਉਹਨੂੰ ਪਵਿੱਤਰ ਮੰਨਦੇ ਹੋਏ ਉਸ ਕਰਕੇ ਹੀ ਜਾਂ ਰੋਸ਼ਨੀ ਦੇ ਵਜੋਂ ਉਹਨੂੰ ਜਗਾਇਆ ਜਾਂਦਾ ਹੈ, ਦੀਵਾ ਬਾਲਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਜਿਹੜਾ ਕਾਲਪਨਿਕ ਇੱਕ ਵੈਤਰਨੀ ਨਦੀ ਹੈ ਉਸ ਨੂੰ ਜਿਹੜਾ ਪਾਰ ਕਰਾਉਣ ਲਈ ਜਿਹੜੀ ਇੱਕ ਗਊ ਹੈ ਬ੍ਰਾਹਮਣ ਨੂੰ ਦਾਨ ਕੀਤੀ ਜਾਂਦੀ ਹੈ, ਇਹਨੂੰ ਕਹਿੰਦੇ ਗਊ ਮਨਸਾਉਣਾ। ਤੇ ਉਹ ਗਊ ਮਨਸਾਉਣ ਦਾ ਜਿਹੜਾ ਲੋਕ ਵਿਸ਼ਵਾਸ ਉਹ ਵੀ ਕੀਤਾ ਜਾਂਦਾ ਹੈ, ਜਿਹੜੀ ਕਿ ਗਾਂ ਹੈ ਉਹ ਉਸ ਪ੍ਰਾਣੀ ਨੂੰ ਜਿਹੜਾ ਮਰ ਚੁੱਕਿਆ ਹੈ ਉਸ ਨੂੰ ਉਹ ਪੁਲ ਜਿਹੜਾ ਸਵਰਗ ਤੇ ਨਰਕ ਦੇ ਵਿਚਕਾਰ ਹੈ, ਜਿਸ ਨੂੰ ਬਾਬਾ ਫਰੀਦ ਨੇ ਪੁਲ ਸਰਾਤ ਵੀ ਕਿਹਾ ਗਿਆ, ਕੋਈ ਪੁਰਸਲਾਤ ਬੋਲਦਾ ਹੈ। ਸੋ ਉਹ ਜਿਹੜਾ ਖੰਨਿਓ ਜਿਹੜਾ ਬਿਲਕੁਲ ਵਾਲ ਤੋਂ ਬਰੀਕ ਪੁਲ ਕਿਹਾ ਗਿਆ ਹੈ, ਜਾਂ ਜਿਹਦੇ ਥੱਲੇ ਖਾਈ ਹੈ ਡੂੰਗੀ, ਉਹ ਪੁਲ ਹੈ ਜਿਹੜਾ ਬਹੁਤ ਬਰੀਕ ਹੈ, ਖਤਰਨਾਕ ਰਸਤਾ ਹੈ, ਉਸ ਨੂੰ ਪਾਰ ਕਰਾਉਣ ਲਈ ਜੇ ਗਊ ਸਹਾਈ ਹੋਏਗੀ, ਇਹ ਮੰਨਿਆ ਜਾਂਦਾ ਹੈ। ਇਹ ਸਾਡਾ ਲੋਕ ਵਿਸ਼ਵਾਸ ਹੈ। ਤੇ ਇਸ ਤੋਂ ਬਾਅਦ ਜਦੋਂ ਮਰਿਆ ਪ੍ਰਾਣੀ ਹੈ ਉਹਦਾ ਸਿਆਪਾ ਕਰਨ ਲਈ ਔਰਤਾਂ ਨੇ ਜਿਹੜੀਆਂ ਇੱਕ ਲੋਕ ਗੀਤ ਹਨ ਸਾਡਾ ਅਲਾਉਣੀ, ਤਾਂ ਅਲਾਉਣੀਆਂ ਪਾਈ ਜਾਂਦੀਆਂ ਨੇ ਤੇ ਵੈਣ ਪਾਏ ਜਾਂਦੇ ਨੇ, ਅਲਾਉਣੀਆਂ ਦਿੱਤੀਆਂ ਜਾਂਦੀਆਂ ਨੇ, ਸਿਆਪਾ ਕੀਤਾ ਜਾਂਦਾ ਹੈ। ਤਾਂ ਸਿਆਪੇ ਦੇ ਜਿਹੜੇ ਮਾਤਮ ਸਮੇਂ ਨਾਇਣ ਜਾਂ ਮਰਾਸਣ ਹੈ ਜਿਹੜੀ ਉਹਦੀ ਖਾਸ ਭੂਮਿਕਾ ਹੁੰਦੀ ਹੈ, ਉਹ ਬਾਕੀ ਔਰਤਾਂ ਦੀ ਸਿਆਪੇ ਵੇਲੇ ਅਗਵਾਈ ਕਰਦੀ ਹੈ, ਮਾਤਮ ਵੇਲੇ ਅਗਵਾਈ ਕਰਦੀ ਹੈ। ਸੋ ਅਰਥੀ ਤਿਆਰ ਕਰਕੇ ਦੇਹ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਜਾਂ ਕਬਰਿਸਤਾਨ ਦੇ ਵਿੱਚ ਲਿਜਾਇਆ ਜਾਂਦਾ ਹੈ। ਤੇ ਜਿਹੜੀ ਵੀ ਔਰਤ ਪਤੀ ਦੇ ਹੱਥਾਂ ਵਿੱਚ ਆਪਣੇ ਸਵਾਸ ਤਿਆਗਦੀ ਹੈ ਉਸ ਨੂੰ ਭਾਗਸ਼ਾਲੀ ਮੰਨਿਆ ਜਾਂਦਾ ਹੈ ਕਿ ਉਹ ਬੜੀ ਭਾਗਾਂ ਵਾਲੀ ਹੈ। ਪਰ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਮਰਦ ਪ੍ਰਧਾਨ ਸਮਾਜ ਹੈ, ਜਿਹੜੀ ਔਰਤ ਹੈ ਉਹ ਮਰਦ ਦੇ ਉੱਪਰ ਹੀ ਨਿਰਭਰਤਾ ਰੱਖਦੀ ਹੈ। ਇਹ ਜਿਹੜਾ ਮਰਦ ਪ੍ਰਧਾਨ ਸਮਾਜ ਦਾ ਚਿੰਨ੍ਹ ਹੈ ਕਿ ਔਰਤ ਜਿਹੜੀ ਪਤੀ ਦੇ ਹੱਥਾਂ ਵਿੱਚ ਮਰੀ ਹੈ, ਭਾਵ ਪਤੀ ਦੇ ਅਧੀਨ ਰਹਿ ਕੇ ਪਤੀ ਦੀ ਨਿਰਭਰਤਾ ਦੇ ਅੰਤਰਗਤ ਮਰੀ ਹੈ, ਤਾਂ ਉਹ ਭਾਗਾਂ ਵਾਲੀ ਮੰਨੀ ਜਾਂਦੀ ਹੈ। ਉਂਝ ਵੀ ਜਿਹੜੀ ਔਰਤ ਹੈ ਜੇਕਰ ਉਹ ਮਰ ਗਈ ਹੈ ਤਾਂ ਪਿੱਛੋਂ ਪਤੀ ਹੈ ਜਿਹੜਾ ਮਰਦ ਹੈ ਉਹ ਸਮਾਜ ਵਿੱਚ ਆਸਾਨੀ ਨਾਲ ਨਾ ਕਹੋ ਤਾਂ ਥੋੜਾ ਸਰਲ ਢੰਗ ਨਾਲ ਬਹੁਤੀਆਂ ਮੁਸ਼ਕਲਾਂ ਉਸਨੂੰ ਨਹੀਂ ਆਉਂਦੀਆਂ, ਉਹ ਜਿਉ ਸਕਦਾ ਹੈ। ਪਰ ਜਿਹੜੀ ਔਰਤ ਕੱਲੀ ਰਹਿ ਜਾਵੇ, ਉਹਦਾ ਪਤੀ ਪਹਿਲਾਂ ਮਰ ਜਾਵੇ, ਤਾਂ ਉਹ ਵਿਧਵਾ ਜੀਵਨ ਉਹਨੂੰ ਜਿਉਣਾ ਬਹੁਤ ਔਖਾ ਹੈ ਸਮਾਜ ਦੇ ਵਿੱਚ। ਉਹਨੂੰ ਬਹੁਤ ਸਾਰੇ ਤਾਨੇ ਵਿਤਕਰੇ ਜਿਹੜੇ ਹੈ ਉਹਦਾ ਜੀਣਾ ਦੁੱਬਰ ਹੋ ਜਾਂਦਾ, ਵਿਤਕਰੇ ਸਹਿਣੇ ਪੈਂਦੇ ਹਨ। ਸੋ ਇਸ ਤਰ੍ਹਾਂ ਜਿਹੜਾ ਲੇਖਕ ਹੈ ਉਹ ਅੱਗੇ ਦੱਸਦਾ ਹੈ ਕਿ ਵਡੇਰੀ ਉਮਰ ਦੇ ਵਿਅਕਤੀ ਨੂੰ ਮੌਤ ਉਪਰੰਤ ਵੱਡਾ ਕੀਤਾ ਜਾਂਦਾ। ਇਹ ਇੱਕ ਰੀਤ ਹੈ ਸਾਡੀ ਕਿ ਵੱਡਾ ਕਰਨਾ, ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ। ਜਿਹੜੀ ਉਹ ਵੱਡੇ ਬਜ਼ੁਰਗ ਦੀ ਵਡੇਰੇ ਜੋ ਜਾਂ ਔਰਤ ਜੋ ਹੈ ਮਰਦ ਹੈ ਜਾਂ ਫਿਰ ਉਹਦੀ ਅਰਥੀ ਨੂੰ ਸ਼ਿੰਗਾਰ ਕੇ ਕੱਢਿਆ ਜਾਂਦਾ ਹੈ, ਜਿਸ ਨੂੰ ਬਬਾਨ ਕਿਹਾ ਜਾਂਦਾ ਹੈ। ਸੋ ਸ਼ਮਸ਼ਾਨ ਘਾਟ ਵਿੱਚ ਦੇਹ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ, ਉਹਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਹੈ, ਜਾਂ ਫਿਰ ਜਿਹੜੇ ਮੁਸਲਮਾਨ ਨੇ ਉਹ ਕਬਰਿਸਤਾਨ ਦੇ ਵਿੱਚ ਜਾਂ ਈਸਾਈ ਨੇ ਉਹ ਕਬਰਿਸਤਾਨ ਦੇ ਵਿੱਚ ਉਹਨੂੰ ਦੱਬ ਦਿੰਦੇ ਨੇ ਦੇਹ ਨੂੰ। ਵੱਡਾ ਪੁੱਤਰ ਹੈ ਜਿਹੜਾ ਉਹ ਅਗਨੀ ਦੇਣ ਵੇਲੇ ਲਾਂਬੂ ਲਗਾਉਂਦਾ ਹੈ, ਉਸ ਨੂੰ ਹੀ ਹੱਕ ਹੈ। ਇਸਤਰੀ ਨੂੰ ਇਸ ਦਾ ਹੱਕ ਜਿਹੜਾ ਉਹ ਨਹੀਂ ਦਿੱਤਾ ਗਿਆ। ਔਰ
ਇਸ ਤੋਂ ਬਾਅਦ ਦਾਹ ਸੰਸਕਾਰ ਤੋਂ ਬਾਅਦ ਤੀਜੇ ਜਾਂ ਚੌਥੇ ਦਿਨ ਫੁੱਲ ਚੁਗਣ ਦੀ ਰਸਮ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਚੌਥੇ ਦੀ ਰਸਮ ਜਿਹੜੀ ਹੈ ਇੱਕ ਉਹ ਹੁੰਦੀ ਹੈ। ਤੇ ਆਮ ਤੌਰ ਤੇ ਲੋਕ 10, 11 ਜਾਂ 13 ਦਿਨਾਂ ਬਾਅਦ ਇੱਕ ਕਿਰਿਆ ਕਰਦੇ ਹਨ ਔਰ ਭਾਈਚਾਰੇ ਨੂੰ ਰੋਟੀ ਖਵਾਈ ਜਾਂਦੀ ਹੈ। ਸਿੱਖ ਭਾਈਚਾਰੇ ਵਿੱਚ ਭੋਗ ਦੀ ਜਿਹੜੀ ਹੈ ਰਸਮ ਹੈ, ਅੰਤਿਮ ਅਰਦਾਸ ਦੀ ਰਸਮ ਹੈ, ਉਹ ਕੀਤੀ ਜਾਂਦੀ ਹੈ। ਤੁਸੀਂ ਜਾਣਦੇ ਹੋ ਕਿ ਹਿੰਦੂ ਧਰਮ ਦੇ ਵਿੱਚ ਗਰੁੜ ਪੁਰਾਣ ਦਾ ਪਾਠ ਹੈ, ਉਹ ਲੋਕ ਕਰਦੇ ਹਨ। ਲੰਗਰ ਜਿਹੜਾ ਉਹ ਵਰਤਾਇਆ ਹੀ ਜਾਂਦਾ ਹੈ। ਮੁਸਲਮਾਨ ਪ੍ਰਾਣੀ ਦੀ ਜਦੋਂ ਮੌਤ ਹੁੰਦੀ ਹੈ ਤਾਂ ਮੁਸਲਿਮ ਭਾਈਚਾਰਾ ਹੈ ਉਹ 40 ਦਿਨ ਸੋਗ ਮਨਾਉਂਦੇ ਹਨ ਔਰ ਇਸ ਤਰ੍ਹਾਂ ਉਸ ਰਸਮ ਨੂੰ ਚਲੀਹਾ ਜਿਹੜਾ ਉਹ ਕਿਹਾ ਜਾਂਦਾ ਹੈ। 40 ਦਿਨ ਜਿਹੜੇ ਮੁਸਲਮਾਨ ਸੋਗ ਮਨਾਉਂਦੇ ਹਨ, ਮੌਤ ਜੇ ਘਰ ਵਿੱਚ ਕਿਸੇ ਦੀ ਹੋ ਜਾਵੇ ਤਾਂ ਉਸ ਨੂੰ ਚਲੀਹਾ ਬੋਲਦੇ ਹਨ, ਸੋਗ ਮਨਾਉਣ ਨੂੰ। ਅੱਗੇ ਲੇਖਕ ਨੇ ਵਿਸ਼ਵਾਸ ਤੇ ਭਰਮ ਬਾਰੇ ਦੱਸਿਆ ਹੈ ਕਿ ਵਿਸ਼ਵਾਸ ਜਿਹੜੇ ਨੇ ਉਹ ਉਹਨਾਂ ਦਾ ਆਧਾਰ ਹੈ। ਮੁੱਖ ਰੂਪ ਵਿੱਚ ਅੱਗੇ ਜੋ ਗੱਲ ਕੀਤੀ ਹੈ ਉਹਦਾ ਜਿਹੜਾ ਸਾਰ ਤੱਤ ਇਹ ਹੈ ਕਿ ਜਿਹੜਾ ਵਿਸ਼ਵਾਸ ਹੈ ਤੇ ਵਹਿਮ ਭਰਮ ਹੈ ਉਹਨਾਂ ਦਾ ਨਖੇੜਾ ਕਰਨ ਦੀ ਜੋ ਗੱਲ ਕੀਤੀ ਹੈ, ਅਸਲ ਵਿੱਚ ਉਹਦਾ ਸਾਰ ਤੱਤ ਇਹ ਹੈ ਕਿ ਵਿਸ਼ਵਾਸ ਨੇ ਜਿਹੜੇ ਉਹ ਕਿਸੇ ਤਰਕ ਦੇ ਆਧਾਰਿਤ ਨੇ, ਉਹ ਵਿਅਕਤੀ ਦੇ ਅਨੁਭਵ ਜਾਂ ਸਾਡੇ ਉਹਦੇ ਜੀਵਨ ਦੇ ਵਿੱਚ ਜੋ ਵੀ ਉਹਨੇ ਸਿੱਖਿਆ ਹੈ, ਉਹਨੂੰ ਲੱਗਿਆ ਹੈ ਕਿ ਇਹ ਜੋ ਘਟਨਾ ਵਾਪਰਦੀ ਉਹਦੇ ਪਿੱਛੇ ਕੋਈ ਤਰਕ ਹੈ ਤਾਂ ਉਹ ਪਰਪੱਕ ਹੋ ਗਏ, ਵਿਸ਼ਵਾਸ ਬਣ ਗਏ। ਤਾਂ ਜਿਹੜੇ ਪਿੱਛੇ ਉਹਨੂੰ ਲੱਗਿਆ ਕਿ ਸਮਝ ਨਹੀਂ ਆਈ ਉਹ ਕੋਈ ਵਹਿਮ ਭਰਮ ਬਣ ਗਏ। ਤਾਂ ਇਸੇ ਤਰ੍ਹਾਂ ਸਾਡੇ ਕੋਲ ਵਿਸ਼ਵਾਸ ਤੇ ਵਹਿਮ ਭਰਮ ਦੋ ਤਰ੍ਹਾਂ ਦੇ ਜਿਹੜੇ ਰੂਪ ਸਾਹਮਣੇ ਆਉਂਦੇ ਨੇ। ਤੇ ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ਜਿਹੜੀ ਹੈ ਉਸ ਵਿੱਚ ਵੀ ਲੋਕ ਧਾਰਾ ਦੀਆਂ ਜਿਹੜੀਆਂ 22 ਪਰਿਭਾਸ਼ਾਵਾਂ ਦੇ ਵਿੱਚੋਂ 9 ਜਿਹੜੀਆਂ ਪਰਿਭਾਸ਼ਾਵਾਂ ਉਹਨਾਂ ਪਰਿਭਾਸ਼ਾਵਾਂ ਦੇ ਵਿੱਚ ਵਹਿਮ ਭਰਮ ਦਾ ਜ਼ਿਕਰ ਆਉਂਦਾ ਹੈ। ਤੇ ਫਰੇਜ਼ਰ ਤੇ ਜਿਹੜਾ ਟੇਲਰ ਹੈ, ਲੋਕ ਧਾਰਾ ਵਿਗਿਆਨੀ ਦੋਨੋਂ, ਫਰੇਜ਼ਰ ਤੇ ਟੇਲਰ, ਉਹਨਾਂ ਨੇ ਵੀ ਜਿਹੜਾ ਵਹਿਮ ਨੂੰ ਜੰਗਲੀ ਤੇ ਵਹਿਸ਼ੀ ਅਵਸਥਾ ਦੇ ਵਿਸ਼ਵਾਸਾਂ ਤੇ ਵਿਹਾਰਾਂ ਦੀ ਰਹਿੰਦ ਖੂੰਹਦ ਆਖਿਆ ਹੈ। ਪਰ ਅੱਗੇ ਲੇਖਕ ਨੇ ਵਿਸ਼ਵਾਸ ਤੇ ਵਹਿਮ ਭਰਮ ਨੂੰ ਇੱਕੋ ਸਿੱਕੇ ਦੇ ਦੋ ਪਾਸੇ ਆਖਦਿਆਂ ਤਰਕ ਦੇ ਤੱਤ ਨੂੰ ਹੀ ਆਧਾਰ ਬਣਾਇਆ ਹੈ, ਜਿਸ ਦੀ ਗੱਲ ਅਸੀਂ ਪਹਿਲਾਂ ਕਰ ਚੁੱਕੇ ਹਾਂ ਕਿ ਜਿਹੜਾ ਵਿਸ਼ਵਾਸ ਹੈ ਉਸ ਪਿੱਛੇ ਕੋਈ ਨਾ ਕੋਈ ਤਰਕ ਜਿਹੜਾ ਉਹ ਕਾਰਜਸ਼ੀਲ ਹੁੰਦਾ ਹੈ, ਪਰ ਜਿਹੜੇ ਵਹਿਮ ਭਰਮ ਨੇ ਉਹਨਾਂ ਪਿੱਛੇ ਸਾਨੂੰ ਕੋਈ ਤਰਕ ਨਜ਼ਰ ਨਹੀਂ ਆਉਂਦਾ। ਉਸ ਤੋਂ ਬਾਅਦ ਲੇਖਕ ਨੇ ਅੱਗੇ ਡੰਡੀਜ਼ ਨਾਂ ਦਾ ਜਿਹੜਾ ਲੋਕ ਧਾਰਾ ਵਿਗਿਆਨੀ ਹੋਇਆ ਉਸ ਦੁਆਰਾ ਵਿਸ਼ਵਾਸਾਂ ਤੇ ਵਹਿਮਾਂ ਦੇ ਜਿਹੜੇ 3 ਪਰਵਰਗ ਵੰਡੇ ਨੇ, ਉਸਨੇ ਵਿਸ਼ਵਾਸਾਂ ਤੇ ਵਹਿਮਾਂ ਨੂੰ 3 ਪਰਵਰਗਾਂ ਵਿੱਚ ਵੰਡਿਆ ਹੈ। ਉਹਨਾਂ ਦਾ ਜ਼ਿਕਰ ਕੀਤਾ ਹੈ ਕਿ ਪਹਿਲਾ ਹੈ ਚਿੰਨ ਪਰਵਰਗ, ਦੂਜਾ ਟੂਣਾ ਪਰਵਰਗ ਤੇ ਤੀਜਾ ਪ੍ਰਤੀਵਰਤ ਪਰਵਰਗ ਹੈ। ਉਸਨੇ ਪਹਿਲੇ ਚਿੰਨ ਪਰਵਰਗ ਵਿੱਚ ਅੱਗੋਂ 2 ਭਾਗ ਕੀਤੇ ਹਨ। ਪਹਿਲੇ ਵਿੱਚ ਇਹ ਹੈ ਕਿ ਪਹਿਲਾ ਵਸੀਕਾਰ ਚਿੰਨ, ਜਿਸ ਨੂੰ ਵਸ ਵਿੱਚ ਕੀਤਾ ਜਾ ਸਕਦਾ ਹੋਵੇ, ਜਿਵੇਂ ਕਿਸੇ ਦੇ ਘਰੋਂ ਕੋਈ ਗਿਆ ਹੈ ਮੈਂਬਰ ਤਾਂ ਉਹਨੂੰ ਪਿੱਛੋਂ ਕੋਈ ਆਵਾਜ਼ ਮਾਰ ਲੈਂਦਾ ਹੈ, ਤਾਂ ਇਹ ਹੈ ਕਿ ਉਹ ਘਰੋਂ ਜੇ ਕੋਈ ਜਾ ਰਿਹਾ ਹੈ ਤਾਂ ਉਹਨੂੰ ਪਿੱਛੋਂ ਆਵਾਜ਼ ਨਾ ਮਾਰੀ ਜਾਵੇ। ਇਸ ਤਰ੍ਹਾਂ ਹੀ ਦੂਜਾ ਉਸਨੇ ਚਿੰਨ ਪਰਵਰਗ ਦੇ ਅਧੀਨ ਦੱਸਿਆ ਹੈ ਕਿ ਚਿੰਨ ਸ਼ਗਨ ਕੁਸ਼ਗਨ ਦਾ ਚਿੰਨ ਹੈ। ਇੱਕ ਵਸੀਕਾਰ ਹੈ ਔਰ ਦੂਜਾ ਚਿੰਨ ਹੈ ਸ਼ਗਨ ਕੁਸ਼ਗਨ ਚਿੰਨ, ਜਿਸ ਦਾ ਸੰਬੰਧ ਮੌਸਮ ਨਾਲ ਹੈ ਜਾਂ ਸੁਪਨੇ ਨਾਲ ਹੈ। ਮੌਸਮ ਨਾਲ ਐਵੇਂ ਕਿ ਜਿਵੇਂ ਬਿੱਲੀ ਰਸਤਾ ਕੱਟ ਜਾਂਦੀ ਹੈ, ਉਹ ਕਿਸੇ ਖਾਸ ਮੌਸਮ ਦੇ ਵਿੱਚ ਹੀ ਉਹ ਇਸ ਤਰ੍ਹਾਂ ਕਰਦੀ ਹੈ। ਔਰ ਜਿਹੜੇ ਸੁਪਨੇ ਵਿੱਚ ਕਿਸੇ ਮਰੇ ਪ੍ਰਾਣੀ ਦਾ ਮਿਲ ਜਾਣਾ, ਕਿਸੇ ਵੱਡੇ ਵਡਿੱਕੇ ਦਾ ਮਿਲ ਜਾਣਾ ਸੁਪਨੇ ਵਿੱਚ, ਇਹ ਇੱਕ ਸੁਪਨਾ ਚਿੰਨ ਹੈ। ਇਸ ਤੋਂ ਬਾਅਦ ਜਿਹੜਾ ਦੂਜਾ ਪਰਵਰਗ ਉਹਨੇ ਦੱਸਿਆ ਹੈ ਡੰਡੀਜ਼ ਨੇ, ਉਹ ਹੈ ਟੂਣਾ ਪਰਵਰਗ। ਟੂਣਾ ਪਰਵਰਗ ਜਿਵੇਂ ਬੱਚੇ ਨੂੰ ਨਜ਼ਰ ਲੱਗ ਜਾਣੀ ਵੀ ਇੱਕ ਤਰ੍ਹਾਂ ਦਾ ਟੂਣਾ ਹੀ ਮੰਨਿਆ ਗਿਆ ਹੈ, ਜਿਸ ਦੇ ਆਧਾਰ ਤੇ ਕੋਈ ਕਹਿੰਦੇ ਕੋਈ ਪੈਰਾਂ ਦੀ ਮਿੱਟੀ ਚੁੱਕ ਲੋ, ਜਿਹਨੇ ਨਜ਼ਰ ਲਗਾਈ ਸੀ, ਜਿਹੜਾ ਕਹਿੰਦਾ ਸੀ ਕੋਈ ਬਹੁਤ ਸੋਹਣਾ ਹੈ ਬੱਚਾ, ਜਾਂ ਕੋਈ ਜੇ ਬੱਚੇ ਨੂੰ ਨਜ਼ਰ ਲੱਗੀ ਹੈ ਜਾਂ ਪਸ਼ੂ ਨੂੰ ਨਜ਼ਰ ਲੱਗ ਜਾਂਦੀ ਹੈ ਤਾਂ ਉਸ ਵਿਅਕਤੀ ਦੀ ਮਿੱਟੀ ਪੈਰਾਂ ਦੀ ਚੁੱਕ ਕੇ ਚੁੱਲ੍ਹੇ ਸਾੜ ਦਿੱਤੀ ਜਾਂਦੀ ਹੈ, ਜਾਂ ਜਿਹੜੇ ਉਸ ਬੱਚੇ ਨੂੰ ਜਿਹਨੂੰ ਨਜ਼ਰ ਲੱਗੀ ਹੈ ਉਸ ਦੇ ਉੱਪਰੋਂ ਮਿਰਚਾਂ ਜਿਹੜੀਆਂ ਉਹ ਵਾਰ ਕੇ, ਲਾਲ ਮਿਰਚਾਂ ਸੁੱਕੀਆਂ, ਉਹ ਚੁੱਲ੍ਹੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਹਨ। ਇੱਕ ਤਰ੍ਹਾਂ ਦਾ ਟੂਣਾ ਪਰਵਰਗ ਹੀ ਹੈ, ਜਾਦੂ ਟੂਣਾ ਇਹਦੇ ਵਿੱਚ ਆਉਂਦਾ, ਜਾਂ ਫਿਰ ਚੌਂਕ ਦੇ ਵਿੱਚ ਟੂਣਾ ਕਰ ਦੇਣਾ, ਇਹ ਵੀ ਇਸ ਦੂਜੇ ਪਰਵਰਗ ਅਧੀਨ ਡੰਡੀਜ਼ ਨੇ ਦੱਸਿਆ ਹੈ। ਤੀਜਾ ਪਰਵਰਗ ਉਸਨੇ ਦੱਸਿਆ ਹੈ ਪ੍ਰਤੀਵਰਤ ਪਰਵਰਗ, ਜਿਸ ਦਾ ਭਾਵ ਹੈ ਕਿ ਜੇ ਕੁਝ ਅਜਿਹੇ ਵਹਿਮ ਭਰਮ ਹੁੰਦੇ ਹਨ ਜਿਨ੍ਹਾਂ ਦੇ ਪ੍ਰਭਾਵ ਨੂੰ ਦੂਰ ਕੀਤਾ ਜਾ ਸਕਦਾ ਹੈ। ਜਿਵੇਂ ਕੁਝ ਵਹਿਮ ਭਰਮਾਂ ਦੇ ਚੰਗੇ ਪ੍ਰਭਾਵ ਨੂੰ ਮਾੜੇ ਵਿੱਚ ਤੇ ਮਾੜੇ ਨੂੰ ਚੰਗੇ ਵਿੱਚ ਜਿਹੜਾ ਪ੍ਰਤੀਵਰਤਨ ਉਹਦਾ ਕੀਤਾ ਜਾ ਸਕਦਾ, ਪਰਿਵਰਤਨ ਕੀਤਾ ਜਾ ਸਕਦਾ, ਬਦਲਿਆ ਜਾ ਸਕਦਾ ਹੈ, ਉਹ ਇਹਨਾਂ ਵਿੱਚ
ਆਉਂਦੇ ਹਨ, ਤੀਜੇ ਵਰਗ 'ਚ ਆਉਂਦੇ ਹਨ। ਅੱਗੇ ਲੇਖਕ ਨੇ ਵਿਸ਼ਵਾਸਾਂ ਤੇ ਵਹਿਮਾਂ ਦੇ ਬਾਰੇ ਦੱਸਿਆ ਹੈ ਕਿ ਜਿਹੜੇ ਵਿਸ਼ਵਾਸ ਜਾਂ ਵਹਿਮ ਸਥਾਨਕ ਹੁੰਦੇ ਹਨ ਤੇ ਕੁਝ ਅੰਤਰਰਾਸ਼ਟਰੀ ਪੱਧਰ ਦੇ, ਵਿਸ਼ਵ ਵਿਆਪੀ ਪੱਧਰ ਦੇ ਹੁੰਦੇ ਹਨ। ਜਿਹੜੇ ਮੁਸਲਮਾਨਾਂ ਦੇ ਭਾਰਤ ਵਿੱਚ ਆਉਣ ਨਾਲ ਨਵੇਂ ਵਹਿਮ ਤੇ ਵਿਸ਼ਵਾਸ ਹੋਂਦ ਵਿੱਚ ਆਏ ਸਨ, ਕਿਉਂਕਿ ਉਹਨਾਂ ਦਾ ਜਿਹੜਾ ਧਰਮ ਹੋਰ ਹੈ, ਸਭਿਅਤਾ ਹੋਰ ਹੈ। ਔਰ ਇਸ ਤੋਂ ਬਾਅਦ ਲੇਖਕ ਦੱਸਦਾ ਜਿਵੇਂ ਨਜ਼ਰ ਲੱਗਣ ਦਾ ਵਹਿਮ ਹੈ ਉਹ ਸਾਰੇ ਸੰਸਾਰ ਵਿੱਚ ਮੌਜੂਦ ਹੈ। ਜੇ ਅੰਗਰੇਜ਼ੀ ਦੇ ਵਿੱਚ ਤੁਸੀਂ ਇੱਕ ਇਡੀਅਮ, ਇੱਕ ਮੁਹਾਵਰੇ ਦੀ ਗੱਲ ਕਰੋ ਤਾਂ ਉਹ ਹੈ ਈਵਲ ਆਈ। ਈਵਲ ਆਈ ਦਾ ਮਤਲਬ ਬੁਰੀ ਨਜ਼ਰ। ਤਾਂ ਬੁਰੀ ਨਜ਼ਰ ਲੱਗਣ ਦਾ ਜਿਹੜਾ ਉਹ ਮੁਹਾਵਰਾ ਜੇਕਰ ਉਸ ਭਾਸ਼ਾ ਵਿੱਚ ਹੈ ਤਾਂ ਜ਼ਾਹਿਰ ਹੈ ਕਿ ਉਸ ਸਮਾਜ ਦੇ ਵਿੱਚ ਜਿਹੜਾ ਬੁਰੀ ਨਜ਼ਰ ਦਾ ਜਿਹੜਾ ਵਹਿਮ ਭਰਮ ਵੀ ਮਿਲਦਾ ਹੈ। ਉਸ ਤਰ੍ਹਾਂ ਜਿਹੜੇ ਸਾਡੇ ਸਮਾਜ ਦੇ ਵਿੱਚ ਇਹ ਮੰਨਿਆ ਜਾ ਕਿ ਜਿਹੜੀ ਔਰਤ ਹੈ ਉਹ ਸਭ ਤੋਂ ਜ਼ਿਆਦਾ ਜਿਹੜਾ ਉਹ ਬੁਰੀ ਨਜ਼ਰ ਜਾਂ ਨਜ਼ਰ ਲਾਉਣ ਦੇ ਵਿੱਚ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ, ਜ਼ਿਆਦਾ ਔਰਤ ਦੀ ਨਜ਼ਰ ਲੱਗਦੀ ਹੈ, ਤੇ ਇਸੇ ਕਰਕੇ ਔਰਤ ਨੂੰ ਜਾਦੂਗਰਨੀਆਂ ਦਾ ਨਾਮ ਵੀ ਦੇ ਦਿੱਤਾ ਜਾਂਦਾ ਹੈ। ਸੋ ਪੰਜਾਬ ਦੇ ਵਿੱਚ ਬਿੱਲੀ ਦੇ ਰਸਤਾ ਕੱਟਣ ਦਾ ਵਹਿਮ ਆਮ ਹੈ। ਜਿਵੇਂ ਲੋਕ ਇਸ ਨੂੰ ਅਸ਼ੁਭ ਮੰਨਦੇ ਹਨ ਕਿ ਬਾਹਰ ਜਾਣਾ ਤਾਂ ਬਿੱਲੀ ਰਸਤਾ ਕੱਟ ਜਾਵੇ, ਖਾਸ ਤੌਰ ਤੇ ਕਾਲੀ ਬਿੱਲੀ ਰਸਤਾ ਕੱਟ ਗਈ ਹੈ ਉਹ ਤਾਂ ਜ਼ਿਆਦਾ ਖਤਰਨਾਕ ਲੋਕ ਹੀ ਮੰਨਦੇ ਨੇ, ਪਰ ਇਹ ਵਹਿਮ ਹੈ। ਇਹ ਸਾਡੇ ਪੰਜਾਬ 'ਚ ਬਹੁਤ ਪਾਇਆ ਜਾਂਦਾ ਹੈ। ਇਹ ਜਾਨਵਰਾਂ ਪ੍ਰਤੀ, ਪੰਛੀਆਂ ਦੇ ਬਾਰੇ, ਜਾਂ ਇਹ ਸਾਰੇ ਜਿਹੜੇ ਵਹਿਮ ਨੇ ਇਹ ਸਾਰੇ ਪ੍ਰਤੀਕਾਤਮਕ ਅਰਥ ਰੱਖਦੇ ਹਨ। ਇਹਨਾਂ ਦਾ ਸਿੰਬੋਲਿਕ ਕੋਈ ਅਰਥ ਹੈ। ਇਹ ਕੋਈ ਇਹ ਨਹੀਂ ਹੈ ਕਿ ਵਾਕਈ ਕੋਈ ਜਾਨਵਰ ਇੰਨੇ ਮਾੜੇ ਨੇ, ਪੰਛੀ ਮਾੜੇ ਨੇ, ਇਸ ਤਰ੍ਹਾਂ ਗੱਲ ਨਹੀਂ ਹੈ, ਬਿਲਕੁਲ ਨਹੀਂ ਹੈ। ਇਹ ਵਹਿਮ ਹੈ ਸਾਡਾ। ਅਸਲ ਵਿੱਚ ਲੇਖਕ ਨੇ ਵੀ ਦੱਸਿਆ ਹੈ ਕਿ ਪੰਜਾਬ ਵਿੱਚ ਸਾਡੇ ਬ੍ਰਾਹਮਣ ਜਿਹੜਾ ਵਰਗ ਹੈ ਉਹ ਬੜਾ ਉਪਰੋਹਿਤ ਵਰਗ ਹੈ, ਪੁਜਾਰੀ ਵਰਗ ਹੈ, ਉਹ ਲੋਟੂ ਕਿਸਮ ਦਾ ਉਹਦਾ ਕਿਰਦਾਰ ਰਿਹਾ ਹੈ। ਤਾਂ ਲੇਖਕ ਇਸ ਦੇ ਬਾਰੇ ਇੱਕ ਮਨੂ ਦੀ ਮਿਸਾਲ ਵੀ ਦਿੰਦਾ ਹੈ। ਇੱਕ ਤੰਤਰ ਪਾਖਿਆਨ ਗ੍ਰੰਥ ਹੈ, ਤੰਤਰ ਪਾਖਿਆਨ, ਉਹਦੇ ਵਿੱਚ ਇੱਕ ਬਿੱਲੀ ਦੇ ਬਾਰੇ ਤੇ ਚੂਹੇ ਬਾਰੇ ਕਹਾਣੀ ਮਿਲਦੀ ਹੈ। ਇੱਕ ਜੱਤਲ ਚੂਹਾ ਹੈ ਜਿਹੜਾ ਕਿ ਅੰਤ ਵਿੱਚ ਇਹ ਪਤਾ ਲਗਾ ਲੈਂਦਾ ਜਦੋਂ ਬਿੱਲੀ ਲਾਸਟ ਚੂਹੇ ਨੂੰ, ਜਿਹੜਾ ਆਖਰ ਵਿੱਚ ਚੂਹਾ ਸ਼ਾਮ ਨੂੰ ਖੁੱਡ ਵਿੱਚ ਵੜਦਾ ਹੈ, ਆਖਿਰਲੇ ਚੂਹੇ ਨੂੰ ਉਹ ਖਾ ਜਾਂਦੀ ਹੈ ਜਿਹੜੀ ਬਾਹਰ ਰਹਿੰਦੀ ਹੈ। ਤਾਂ ਅੰਤ ਵਿੱਚ ਇੱਕ ਜਿਹੜਾ ਉਹਨਾਂ ਨੇ ਸੋਚਿਆ ਕਿ ਚੂਹੇ ਘਟ ਰਹੇ ਹਨ ਤਾਂ ਉਹਨਾਂ ਨੇ ਜੱਤਲ ਚੂਹੇ ਨੂੰ ਭੇਜਿਆ। ਤਾਂ ਉਸ ਚੂਹੇ ਨੂੰ ਜਦੋਂ ਬਿੱਲੀ ਖਾਣ ਲੱਗੀ ਤਾਂ ਬਾਕੀ ਚੂਹੇ ਦੇਖ ਰਹੇ ਸੀ ਉਸ ਦਿਨ, ਤਾਂ ਪਤਾ ਲੱਗ ਗਿਆ ਕਿ ਬਿੱਲੀ ਦਾ ਹੀ ਕੰਮ ਹੈ, ਸਾਡੇ ਚੂਹਿਆਂ ਨੂੰ ਉਹ ਖਾ ਜਾਂਦੀ ਹੈ। ਤਾਂ ਬਿੱਲੀ ਜਿਹੜੀ ਹੈ ਉਸ ਨੂੰ ਬਾਹਮਣੀ ਦਾ ਰੂਪ ਕਹਿ ਕੇ, ਉਸ ਦਾ ਬਾਹਮਣੀ ਮੰਨ ਕੇ, ਬ੍ਰਾਹਮਣ ਮੰਨ ਕੇ, ਜਾਂ ਇਹ ਚੂਹਿਆਂ ਨੇ ਵੀ ਉਹਦੀ ਨਿਖੇਧੀ ਕੀਤੀ ਉਸ ਸਮੇਂ ਬਿੱਲੀ ਦੀ। ਤਾਂ ਉਹ ਬਿੱਲੀ ਸੰਕੇਤਕ ਰੂਪ ਹੈ, ਉਹ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਜਾਨਵਰ ਮਾੜਾ ਹੈ, ਪੰਛੀ ਮਾੜਾ ਹੈ, ਕੋਈ ਇਸ ਤਰ੍ਹਾਂ ਨਹੀਂ ਹੈ। ਸੋ ਇਸ ਤਰ੍ਹਾਂ ਮਾਮੇ ਤੇ ਭਾਂਜੇ ਦੀ ਜਿਹੜੀ ਮਿੱਥ ਹੈ ਉਹ ਵੀ ਸਾਡੇ ਬਹੁਤ ਮਸ਼ਹੂਰ ਰਹੀ ਹੈ ਕਿ ਮਾਮਾ ਭਾਂਜਾ ਜਿਹੜਾ ਉਹ ਇਕੱਠੇ ਨਹੀਂ ਬਹਿਣ ਜਦੋਂ ਬੱਦਲ ਖਾਸ ਤੌਰ ਤੇ ਗਰਜ ਰਹੇ ਹੋਣ। ਤੇ ਇੱਕ ਕੰਸ ਤੇ ਕ੍ਰਿਸ਼ਨ ਦੀ ਜਿਹੜੀ ਮਾਮੇ ਤੇ ਭਾਂਜੇ ਦੀ ਜਿਹੜੀ ਆਪਸ ਵਿੱਚ, ਮਾਮੇ ਭਣੇਵੇਂ ਦੀ ਆਪਸ ਵਿੱਚ ਜਿਹੜੀ ਉਹ ਲੜਾਈ ਸੀ, ਉਹ ਸੰਪत्ति ਬਾਰੇ, ਰਾਜ ਬਾਰੇ ਹੈ ਜਾਂ ਧਰਮ ਦੇ ਬਾਰੇ ਹੈ, ਉਸ ਦੇ ਬਾਰੇ ਹੀ ਜਿਹੜੀ ਮਿੱਥ ਹੈ ਉਸ ਆਧਾਰਿਤ ਹੀ ਵਹਿਮ ਸਾਡੇ ਸਮਾਜ ਵਿੱਚ ਕੀਤਾ ਜਾਂਦਾ ਹੈ।